ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਰਥ ਸ਼ਾਸਤਰ ਦਾ ਸਭ ਤੋਂ ਇੰਪੋਰਟੈਂਟ ਟੌਪਿਕ ਵਿਅਸ਼ਟੀ ਅਰਥ ਸ਼ਾਸਤਰ ਮਾਈਕਰੋ ਇਕਨੋਮਿਕਸ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ। ਇਸ ਟੌਪਿਕ 'ਚ ਮਾਈਕਰੋ ਇਕਨੋਮਿਕਸ ਨੂੰ ਤਾਂ ਸਮਝਾਂਗੇ ਸਮਸ਼ਟੀ ਅਰਥ ਸ਼ਾਸਤਰ ਯਾਨੀ ਮੈਕਰੋ ਨੂੰ ਵੀ ਦੇਖਾਂਗੇ ਔਰ ਇਕਨੋਮਿਕਸ ਹੈ ਕੀ ਹੈ ਉਸ ਬਾਰੇ ਵੀ ਅਸੀਂ ਥੋੜੀ ਜਾਣਕਾਰੀ ਪ੍ਰਾਪਤ ਕਰਾਂਗੇ। ਸੋ ਅੱਗੇ ਗੱਲ ਕਰੀਏ ਵਟ ਇਕਨੋਮਿਕਸ ਇਜ਼ ਐਂਡ ਵਟ ਇਕਨੋਮਿਕਸ ਇਜ਼। आखिरकार अर्थशास्त्र ਜਿਹੜਾ ਅਸੀਂ ਪੜਨ ਜਾ ਰਹੇ ਹਾਂ ਉਹ ਹੈ ਕੀ ਔਰ ਅਰਥਸ਼ਾਸਤਰ ਇਸ ਬਾਰੇ ਕੀ ਕਹਿੰਦੇ ਹਨ, ਇਸ ਦੇ ਬਾਰੇ ਜਾਣਕਾਰੀ ਹੋਣੀ ਸਭ ਤੋਂ ਜ਼ਰੂਰੀ ਹੈ। ਅਰਥਸ਼ਾਸਤਰ ਉਸ ਮਨੁੱਖੀ ਵਿਵਹਾਰ ਦਾ ਵਿਗਿਆਨ ਹੈ ਜਿਸ ਦਾ ਸੰਬੰਧ ਸੀਮਿਤ ਸਾਧਨਾਂ ਦੀ ਵੰਡ ਇਸ ਢੰਗ ਨਾਲ ਕਰਨਾ ਹੈ ਜਿਸ ਨਾਲ ਉਪਭੋਗਤਾ ਆਪਣੀ ਸੰਤੁਸ਼ਟੀ ਨੂੰ ਵੱਧ ਤੋਂ ਵੱਧ ਕਰ ਸਕਣ, ਉਤਪਾਦਕ ਆਪਣੇ ਲਾਭ ਨੂੰ ਅਧਿਕਤਮ ਕਰ ਸਕਣ ਅਤੇ ਸਮਾਜ ਆਪਣੇ ਸਮਾਜਿਕ ਕਲਿਆਣ ਨੂੰ ਵੱਧ ਤੋਂ ਵੱਧ ਕਰ ਸਕੇ। ਇਹ ਹੈ ਇਕਨੋਮਿਕਸ। ਇਕਨੋਮਿਕਸ ਇਜ਼ ਦ ਸਾਇੰਸ ਆਫ ਹਿਊਮਨ ਬਿਹੇਵੀਅਰ, ਮਨੁੱਖੀ ਵਿਹਾਰ, concerned with the allocation of the scarce mean in such a manner। ਸਾਡੇ ਕੋਲ ਸੀਮਿਤ ਸਾਧਨ ਹਨ, ਉਹਨਾਂ ਨੂੰ ਕਿਸ ਤਰੀਕੇ ਸਹੀ ਪ੍ਰਯੋਗ ਕਰਨਾ ਹੈ that consumer can maximize satisfaction, consumer ਨੂੰ satisfaction maximum ਹੋਵੇ, producer can maximize their profit and society can maximize its social welfare। ਇਹ ਹੈ ਇਕਨੋਮਿਕਸ। ਹੁਣ ਅਲੱਗ-ਅਲੱਗ ਅਰਥ ਸ਼ਾਸਤਰੀ ਇਸ ਬਾਰੇ ਕੀ ਕਹਿੰਦੇ ਹਾਂ ਉਹ ਵੀ ਦੇਖ ਲੈਂਦੇ ਹਾਂ। ਫॉर एग्जांपल ਸਾਡੇ ਕੋਲ ਐਡਮ ਸਮਿਥ ਨੇ ਜਿਹਨੂੰ ਅਸੀਂ ਅਰਥਸ਼ਾਸਤਰ ਦਾ ਪਿਤਾਮਾ ਕਹਿੰਦੇ ਹਾਂ। ਉਹ ਕਹਿੰਦੇ ਨੇ ਅਰਥਸ਼ਾਸਤਰ ਦੇ ਪਿਤਾ ਐਡਮ ਸਮਿਥ ਨੇ ਅਰਥਸ਼ਾਸਤਰ ਨੂੰ ਧਨ ਦਾ ਅਧਿਐਨ ਕਿਹਾ ਹੈ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਧਨ ਕੀ ਹੈ ਅਤੇ ਇਸ ਨੂੰ ਕਿਵੇਂ ਪ੍ਰਗਤੀ ਅਤੇ ਵਿਕਾਸ ਲਈ ਵਧਾਇਆ ਜਾ ਸਕਦਾ ਹੈ। ਫਿਰ ਮਾਰਸ਼ਲ ਆ ਗਏ। ਮਾਰਸ਼ਲ ਦੀ ਅਰਥਸ਼ਾਸਤਰ ਦੀ ਪਰਿਭਾਸ਼ਾ ਨੂੰ ਮਨੁੱਖ ਦੀਆਂ ਉਨੀ ਕਿਰਿਆਵਾਂ ਦੇ ਰੂਪ ਵਿੱਚ ਦਿੱਤੀ ਹੈ ਜੋ ਭੌਤਿਕ ਕਲਿਆਣ ਨੂੰ ਵੱਧ ਤੋਂ ਵੱਧ ਕਰਨ ਵਿੱਚ ਪਹਿਲ ਦਿੰਦੀਆਂ ਹਨ। यानी भौतिक कल्याण, लोक के कल्याण के लिए आर्थिक क्रियावां करनिया, ये है इकोनॉमिक मार्शल के अनुसार। फिर रॉबिन्सन की गल करिए तो अर्थशास्त्र के विषय नूं चोण दीआं उन्हां समस्यावां ते केंद्रित किया जाता है तो जिथों तक साडी लोड़ां सीमित हैं, साडे साधन सीमित हैं ਅਤੇ ਇਹਨਾਂ ਦਾ ਵਿਕਲਪ ਪ੍ਰਯੋਗ ਹੈ। ਸੋ ਰੌਬਿਨਸਨ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਸਾਨੂੰ ਇਹ ਚੋਣ ਕਰਨੀ ਪੈਂਦੀ ਹੈ ਕਿ ਅਸੀਂ ਆਪਣੇ ਸੀਮਿਤ ਸਾਧਨਾਂ ਦਾ ਕਿਸ ਤਰੀਕੇ ਪ੍ਰਯੋਗ ਕਰੀਏ ਜਿਨ੍ਹਾਂ ਦੇ ਵਿਕਲਪ ਪ੍ਰਯੋਗ ਹੁੰਦੇ ਹਨ। ਅੱਗੇ ਆ ਗਏ ਸੈਮੂਅਲਸਨ ਐਂਡ ਪੀਟਰਸਨ ਅਤੇ ਦੂਜੇ ਆਧੁਨਿਕ ਸ਼ਾਸਤਰੀਆਂ ਨੇ ਅਰਥਸ਼ਾਸਤਰ ਦੇ ਖੇਤਰ ਦਾ ਵਿਆਪਕ ਵਿਸਥਾਰ ਕੀਤਾ ਹੈ। ਉਹਨਾਂ ਦੇ ਅਨੁਸਾਰ ਅਰਥਸ਼ਾਸਤਰ ਦੇ ਵਿਸ਼ੇ ਖੇਤਰ ਵਿੱਚ ਮਨੁੱਖਾਂ ਦੀ ਉਹਨਾਂ ਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ ਜੋ ਵਿਅਕਤੀਗਤ ਸੰਤੁਸ਼ਟੀ ਦੇ ਅਧਿਕਤਮ ਅਰਥਸ਼ਾਸਤਰ ਦੇ ਵਿਅਸ਼ਟੀ ਪੱਖ ਅਤੇ ਸੰਪੂਰਨ ਸਮਾਜ ਦੇ ਸਮਾਜਿਕ ਕਲਿਆਣ ਅਤੇ ਸਮੂਹਿਕ ਸੰਤੁਸ਼ਟੀ ਅਰਥਸ਼ਾਸਤਰ ਦੇ ਸਮਸ਼ਟੀ ਪੱਖ ਨਾਲ ਸੰਬੰਧਿਤ। ਯਾਨੀ ਅਰਥਸ਼ਾਸਤਰ ਦਾ ਵਿਅਸ਼ਟੀ ਪੱਖ ਵੀ ਅਤੇ ਸਮਸ਼ਟੀ ਪੱਖ ਦੋਨਾਂ ਨਾਲ ਡੀਲ ਕਰਦਾ ਹੈ। ਇਹ ਵਿਗਿਆਨ ਅਰਥਸ਼ਾਸਤਰ ਹੈ। ਇਹ ਤਾਂ ਸਾਨੂੰ ਪਤਾ ਲੱਗ ਗਿਆ ਕਿ ਇਕਨੋਮਿਸਟ ਨੇ ਕੀ ਕਿਹਾ ਔਰ ਅਰਥਸ਼ਾਸਤਰ ਕੀ ਹੈ। ਹੁਣ ਅੱਗੇ ਅਸੀਂ ਜ਼ਿਕਰ ਕਰਦੇ ਹਾਂ। ਇਸ ਚਾਰਟ ਦੇ ਰੂਪ ਚ ਜੋ ਅਸੀਂ ਪੜ੍ਹਿਆ ਹੈ ਬੜਾ ਕਲੀਅਰ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਦੇਖੋ ਅਰਥਸ਼ਾਸਤਰ ਮਨੁੱਖੀ ਵਿਹਾਰ ਦਾ ਵਿਗਿਆਨ ਹੈ। ਇਹਨੂੰ ਯਾਦ ਕਰ ਲਓ ਤਾਂ ਤੁਸੀਂ ਈਜ਼ੀਲੀ ਅਰਥਸ਼ਾਸਤਰ ਨੂੰ ਸਮਝ ਸਕੋ, ਇਸ ਸ਼ਾਸਤਰ ਦੇ ਸਾਰੇ ਸਕੋਪ ਨੂੰ ਸਮਝ ਸਕਦੇ ਹੋ। ਅਰਥਸ਼ਾਸਤਰ ਮਨੁੱਖੀ ਵਿਹਾਰ ਦਾ ਵਿਗਿਆਨ ਹੈ। ਲੋੜਾਂ ਅਤੇ ਸਾਧਨ, ਆਦਮੀ ਦੀ ਜ਼ਰੂਰਤਾਂ ਵੀ ਹਨ ਔਰ ਉਹਦੇ ਸਾਧਨ ਵੀ ਹਨ। ਲੋੜਾਂ ਅਸੀਮਤ ਹਨ ਅਸੀਂ ਜਾਣਦੇ ਹਾਂ ਔਰ ਸਾਧਨ ਦੁਰਲਭ ਹਨ ਅਤੇ ਉਹਨਾਂ ਦੇ ਅਨੇਕਾਂ ਪ੍ਰਯੋਗ ਹਨ। ਮੰਨ ਲਓ ਸਾਡੇ ਕੋਲ 100 ਰੁਪਏ ਹੈ ਤਾਂ ਸਾਡੇ ਕੋਲ ਅਨੇਕਾਂ ਕੰਮ ਹਨ, ਜ਼ਰੂਰਤਾਂ ਹਨ ਜਿਨ੍ਹਾਂ ਨੂੰ ਅਸੀਂ 100 ਰੁਪਏ ਨਾਲ ਪੂਰੀ ਕਰਨੀਆਂ ਹਨ। ਫਿਰ ਉਸ ਤੋਂ ਬਾਅਦ ਚੋਣ ਕਰਦੇ ਹਾਂ। ਕੀ ਚੋਣ ਕਰਦੇ ਹਾਂ ਕਿ ਉਹ ਪੈਸੇ ਦਾ ਕਿਸ ਤਰੀਕੇ ਜਾਂ ਉਸ ਸਾਧਨ ਦਾ ਕਿਸ ਤਰੀਕੇ ਉਪਯੋਗ ਕੀਤਾ ਜਾ ਸਕੇ ਜਿਸ ਨਾਲ ਉਸ ਤੋਂ ਵੱਧ ਸੰਤੁਸ਼ਟੀ ਮਿਲੇ ਅਤੇ ਵਿਕਾਸ ਅਤੇ ਕਲਿਆਣ ਹੋ ਸਕੇ। ਸੋ ਅੱਗੇ ਗੱਲ ਕਰਦੇ ਹਾਂ ਬੇਟਾ ਵਿਅਸ਼ਟੀ ਅਰਥਸ਼ਾਸਤਰ ਜਿਹੜਾ ਕਿ ਅਸੀਂ ਟੌਪਿਕ ਮੇਨ ਹੈ ਕਿ ਮਾਈਕਰੋ ਤੇ ਮੈਕਰੋ ਇਕਨੋਮਿਕਸ ਕੀ ਡਿਫਰੈਂਸ ਹੈ। ਮਾਈਕਰੋ ਇਕਨੋਮਿਕਸ ਯਾਨੀ ਵਿਅਸ਼ਟੀ ਅਰਥਸ਼ਾਸਤਰ ਅੰਗਰੇਜ਼ੀ ਦੀ ਭਾਸ਼ਾ ਮਾਈਕਰੋ ਤੋਂ ਲਿਆ ਗਿਆ ਹੈ ਔਰ अंग्रेजी भाषा का शब्द ग्रीक भाषा तो लिया गया है बेटा, माइक्रोस तो लिया गया है जिसका अर्थ है छोटा। व्यष्टि शास्त्र केवल एक आर्थिक इकाई दियां आर्थिक क्रियावां का अध्ययन करता है। एक घर की आर्थिक क्रियावां का, एक स्कूल की आर्थिक क्रियावां का, एक पिंड की आर्थिक क्रियावां का, एक फैक्ट्री की आर्थिक क्रियावां का या एक छोटे जे सैक्टर के आर्थिक क्रियावां का किस तरीके मंग का सिद्धांत, उत्पादन का सिद्धांत, कीमत निर्धारण साधन ਦਾ ਨਿਰਧਾਰਨ, ਵੰਡ ਦਾ ਨਿਰਧਾਰਨ, ਇਹ ਸਾਰੇ ਇਸ ਵਿੱਚ ਅਧਿਐਨ ਦੇ ਵਿੱਚ ਸ਼ਾਮਲ ਹੁੰਦੇ ਹਨ।
ਸਮਸ਼ਟੀ ਅਰਥਸ਼ਾਸਤਰ ਜਿਹੜਾ ਮੈਕਰੋ ਇਕਨੋਮਿਕਸ ਹੈ, ਇਹ ਵਰਡ ਅੰਗਰੇਜ਼ੀ ਦਾ ਮੈਕਰੋ ਵਰਡ ਜਿਹੜਾ ਹੈ ਉਹ ਗ੍ਰੀਕ ਭਾਸ਼ਾ ਦੇ ਵਰਡ ਮੈਕਰੋਸ ਤੋਂ ਲਿਆ ਗਿਆ ਹੈ ਔਰ ਜਿਸ ਦਾ ਅਰਥ ਹੈ ਵੱਡਾ। ਇਹ ਸਾਰੀ ਅਰਥ ਵਿਵਸਥਾ ਦੀ ਵੱਖ-ਵੱਖ ਆਰਥਿਕ ਕਿਰਿਆਵਾਂ ਦਾ ਅਧਿਐਨ ਹੈ, ਸਮੂਹਿਕ ਰੂਪ ਨਾਲ ਅਧਿਐਨ ਕਰਦਾ ਹੈ। ਜਿਵੇਂ ਰਾਸ਼ਟਰੀ ਆਮਦਨ, ਪੂਰਨ ਰੋਜ਼ਗਾਰ, ਕੀਮਤ ਪੱਧਰ ਆਦਿ ਸਮੂਹਿਕ ਪੂਰਤੀ ਆਦਿ ਦਾ ਅਧਿਐਨ ਮੈਕਰੋ ਇਕਨੋਮਿਕਸ ਦੇ ਵਿੱਚ ਕੀਤਾ ਜਾਂਦਾ ਹੈ। ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਮਾਈਕਰੋ ਇਕਨੋਮਿਕਸ ਔਰ ਮੈਕਰੋ ਇਕਨੋਮਿਕਸ 'ਚ ਫਰਕ ਕੀ ਹੈ। ਅੱਗੇ ਚਲੀਏ ਤਾਂ ਫਿਰ ਸਾਡੇ ਕੋਲ ਆਉਂਦਾ ਹੈ ਡਿਫਰੈਂਸ ਬਿਟਵੀਨ ਮਾਈਕਰੋ ਇਕਨੋਮਿਕਸ ਐਂਡ ਮੈਕਰੋ ਇਕਨੋਮਿਕਸ। ਮਾਈਕਰੋ ਇਕਨੋਮਿਕਸ ਯਾਨੀ ਵਿਅਸ਼ਟੀ ਅਰਥਸ਼ਾਸਤਰ ਔਰ ਸਮਸ਼ਟੀ ਅਰਥਸ਼ਾਸਤਰ 'ਚ ਕੀ ਅੰਤਰ ਹੈ ਉਹ ਸਾਡੇ ਸਾਹਮਣੇ। ਵਿਅਸ਼ਟੀ ਅਰਥਸ਼ਾਸਤਰ ਜਿਹੜਾ ਹੈ ਵਿਅਕਤੀਗਤ ਪੱਧਰ ਤੇ ਆਰਥਿਕ ਸਮੱਸਿਆਵਾਂ ਜਾਂ ਆਰਥਿਕ ਸੰਬੰਧੀ ਦਾ ਅਧਿਐਨ ਕੀਤਾ ਜਾਂਦਾ, ਜਿਵੇਂ ਇੱਕ ਉਪਭੋਗੀ, ਇੱਕ ਫਰਮ, ਇੱਕ ਪਰਿਵਾਰ ਦੀ। ਵਿਅਸ਼ਟੀ ਅਰਥਸ਼ਾਸਤਰ ਇੱਕ ਵਿਅਕਤੀਗਤ ਫਰਮ ਜਾਂ ਉਦਯੋਗ ਦੇ ਉਤਪਾਦਨ ਕੀਮਤ ਨਿਰਧਾਰਨ ਨਾਲ ਸੰਬੰਧਿਤ ਹੈ। ਇਸ ਦੇ ਅਨੁਸਾਰ ਵਿਅਸ਼ਟੀ ਅਰਥਸ਼ਾਸਤਰ ਸੰਖੇਪ ਵਿੱਚ ਕੀਮਤ ਸਿਧਾਂਤ ਕਿਹਾ ਜਾਂਦਾ ਹੈ। ਵਿਅਸ਼ਟੀ ਅਰਥਸ਼ਾਸਤਰ ਦੇ ਅਧਿਐਨ ਮੰਨਤਾ ਹੈ ਕਿ ਸਮਸ਼ਟੀ ਚਰ ਵੇਰੀਏਬਲ ਸਥਿਰ ਰਹਿੰਦੇ ਹਨ ਅਤੇ ਉਦਾਹਰਨ ਦੇ ਤੌਰ ਤੇ ਇੱਕ ਫਰਮ ਜਾਂ ਉਦਯੋਗ ਵਿੱਚ ਉਤਪਾਦਨ ਅਤੇ ਕੀਮਤ ਦਾ ਨਿਰਧਾਰਨ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਇਹ ਮੰਨ ਲਿਆ ਜਾਂਦਾ ਹੈ ਕਿ ਕੁੱਲ ਉਤਪਾਦਨ ਸਥਿਰ ਰਹਿੰਦਾ ਹੈ। ਵਿਅਸ਼ਟੀ ਅਰਥਸ਼ਾਸਤਰ ਦੀ ਸਮੱਸਿਆਵਾਂ ਦੇ ਸੰਦਰਭ ਵਿੱਚ ਜਿਵੇਂ ਵਸਤੂ ਕੀਮਤ ਨਿਰਧਾਰਨ ਜਾਂ ਸਾਧਨ ਕੀਮਤ ਨਿਰਧਾਰਨ ਦੀ ਸਮੱਸਿਆ ਵਿੱਚ ਬਾਜ਼ਾਰ ਸ਼ਕਤੀਆਂ, ਪੂਰਤੀ ਅਤੇ ਮੰਗ ਦੀ ਭੂਮਿਕਾ ਦਾ ਬਹੁਤ ਮਹੱਤਵ ਹੁੰਦਾ ਹੈ। ਇਹ ਹੈ ਸਾਡੇ ਕੋਲ ਵਿਅਸ਼ਟੀ ਅਰਥਸ਼ਾਸਤਰ ਦੇ ਮੇਨ। ਔਰ ਉਸ ਤੋਂ ਬਾਅਦ ਆ ਗਿਆ ਸਮਸ਼ਟੀ। ਸਮਸ਼ਟੀ ਅਰਥ ਸੰਪੂਰਨ ਅਰਥ ਵਿਵਸਥਾ ਦੇ ਪੱਧਰ ਤੇ ਆਰਥਿਕ ਸੰਬੰਧੀ ਆਰਥਿਕ ਸਮੱਸਿਆਵਾਂ ਦਾ। ਇਹੀ ਗੱਲ ਦੇਖੋ ਤੁਸੀਂ ਪਹਿਲੇ ਡੈਫੀਨੇਸ਼ਨ ਚ ਵੀ ਸਮਝੀ ਸੀ ਕਿ ਸੰਪੂਰਨ ਅਰਥ ਵਿਵਸਥਾ ਦੀ ਗੱਲ ਇਸ ਵਿੱਚ ਕਰਦੇ ਹਾਂ। ਸੰਪੂਰਨ ਅਰਥ ਵਿਵਸਥਾ ਕੁੱਲ ਉਤਪਾਦਨ, ਸਧਾਰਨ ਕੀਮਤ ਪੱਧਰ ਦਾ ਨਿਰਧਾਰਨ, ਇਸ ਤਰੀਕੇ ਦੇ ਨਾਲ ਬੇਰੁਜ਼ਗਾਰੀ, ਗਰੀਬੀ, ਮੁਦਰਾਸਫੀਤੀ ਆਦਿ ਆਰਥਿਕ ਸਮੱਸਿਆਵਾਂ, ਸਰਕਾਰੀ ਨੀਤੀਆਂ, ਮੌਦਰਿਕ ਜਾਂ ਰਾਜਕੋਸ਼ੀ ਨੀਤੀਆਂ ਦੀ ਭੂਮਿਕਾ ਦਾ ਅਧਿਐਨ ਜਿਹੜਾ ਹੈ ਉਹ ਮਾਈਕਰੋ ਇਕਨੋਮਿਕਸ ਦੇ ਅਧੀਨ ਕੀਤਾ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਇਹਨਾਂ ਦੋਨਾਂ ਦੇ ਵਿੱਚ ਸੰਬੰਧ ਕੀ ਹੈ। ਦੋਨਾਂ 'ਚ ਆਪਸੀ ਸੰਬੰਧ ਵੀ ਹੈ। ਮਾਈਕਰੋ ਮੈਕਰੋ ਤੇ ਡਿਪੈਂਡ ਹੈ ਔਰ ਮੈਕਰੋ ਮਾਈਕਰੋ ਤੇ ਡਿਪੈਂਡ ਹੈ। ਵਿਅਸ਼ਟੀ ਅਰਥਸ਼ਾਸਤਰ ਦੇ ਅਧਿਐਨ ਲਈ ਸਮਸ਼ਟੀ ਅਰਥਸ਼ਾਸਤਰ ਦਾ ਅਧਿਐਨ ਜ਼ਰੂਰੀ ਹੈ। ਇੱਕ ਫਰਮ ਮਜ਼ਦੂਰਾਂ ਨੇ ਜੋ ਮਜ਼ਦੂਰੀ ਦਿੰਦੀ ਉਹ ਗੱਲ ਤੇ ਨਿਰਭਰ ਕਰਦੀ ਹੈ ਕਿ ਅਰਥ ਵਿਵਸਥਾ ਤੇ ਦੂਜੀ ਫਰਮਾਂ ਨੂੰ ਕੀ ਮਜ਼ਦੂਰੀ ਦੇ ਰਹੀਆਂ ਹਨ। ਇੱਕ ਫਰਮ ਕਿੰਨਾ ਮਾਲ ਵੇਚ ਸਕੇਗੀ ਇਹ ਫਰਮਾਂ ਦੁਆਰਾ ਬਣਾਈ ਗਈ ਵਸਤੂਆਂ ਦੀ ਕੀਮਤਾਂ ਤੇ ਨਿਰਭਰ ਨਹੀਂ ਕਰਦਾ, ਬਲਕਿ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਉਸ ਸੈਕਟਰ ਦੇ ਵਿੱਚ ਦੂਸਰੀਆਂ ਫਰਮਾਂ ਜੋ ਹੈ ਉਹ ਕਿੰਨਾ ਉਤਪਾਦਨ ਕਰ ਰਹੀਆਂ ਹਨ, ਕਿਸ ਤਰੀਕੇ ਉਹ ਵੇਚ ਰਹੀਆਂ ਹਨ। ਸਮਾਜ ਵਿੱਚ ਕੁੱਲ ਮੁੰਦਰਾ ਦੀ ਪੂਰਤੀ ਕਿੰਨੀ ਹੈ, ਇਸ ਤੇ ਵੀ ਇਹ ਨਿਰਭਰ ਹੈ। ਦੂਸਰੇ ਪਾਸੇ ਆ ਗਿਆ ਸਮਸ਼ਟੀ ਅਰਥਸ਼ਾਸਤਰ ਦੇ ਅਧਿਐਨ ਲਈ ਵਿਅਸ਼ਟੀ ਅਰਥਸ਼ਾਸਤਰ ਦਾ ਅਧਿਐਨ ਜ਼ਰੂਰੀ ਹੈ। ਉਹ ਦੇਖੋ ਮੈਂ ਤੁਹਾਨੂੰ ਇਹੀ ਗੱਲ ਕਹੀ ਸੀ ਕਿ ਦੋਨੋਂ ਆਪਸ ਤੇ ਇੰਟਰਡਿਪੈਂਡੈਂਟ ਨੇ, ਇਹ ਦੋਵੇਂ ਸਾਧਨ ਇੱਕ ਦੂਜੇ ਦੇ ਪੂਰਕ ਹਨ। ਸਮਸ਼ਟੀ ਅਰਥਸ਼ਾਸਤਰ ਦੇ ਅਧਿਐਨ ਲਈ ਵਿਅਸ਼ਟੀ ਅਰਥਸ਼ਾਸਤਰ ਦਾ ਅਧਿਐਨ ਵੀ ਬਹੁਤ ਜ਼ਰੂਰੀ ਹੈ। ਅਸਲ ਵਿੱਚ ਸਮਾਜ ਲੋਕਾਂ ਦਾ ਯੋਗ ਹੈ। ਇਸ ਤਰ੍ਹਾਂ ਲੋਕਾਂ ਨਾਲ ਮਿਲ ਕੇ ਸਮਾਜ ਬਣਦਾ ਹੈ, ਉਸੇ ਤਰ੍ਹਾਂ ਬਹੁਤ ਸਾਰੀ ਫਰਮਾਂ ਨਾਲ ਮਿਲ ਕੇ ਇੱਕ ਉਦਯੋਗ ਬਣਦਾ ਹੈ। ਸਮਾਜ ਦੇਖੋ ਲੋਕ ਸਮਾਜ ਦੇ ਇੱਕ ਬੇਸਿਕ ਯੂਨਿਟ ਹਨ। ਹਰ ਇੱਕ ਇੰਡੀਵਿਜੂਅਲ ਨੂੰ ਅਸੀਂ ਜੋੜਦੇ ਹਾਂ ਤਾਂ ਸਾਡੇ ਨਾਲ ਜੁੜ ਕੇ ਹੀ ਇੱਕ ਬਾਜ਼ਾਰ ਸਾਹਮਣੇ ਸਾਡੇ ਆਉਂਦਾ ਹੈ ਅਤੇ ਬਹੁਤ ਸਾਰੇ ਉਦਯੋਗਾਂ ਨਾਲ ਮਿਲ ਕੇ ਇੱਕ ਅਰਥ ਵਿਵਸਥਾ ਦਾ ਨਿਰਮਾਣ ਹੁੰਦਾ ਹੈ। ਜੇ ਅੰਤ 'ਚ ਕਹੀਏ ਕਿ ਇਹ ਦੋਵੇਂ ਸਾਧਨ ਇੱਕ ਦੂਜੇ ਦੇ ਪੂਰਕ ਹਨ। ਹੁਣ ਸਕੋਪ ਆਫ ਮਾਈਕਰੋ ਇਕਨੋਮਿਕਸ ਦੀ ਗੱਲ ਕਰੀਏ। ਮੰਗ ਦਾ ਸਿਧਾਂਤ, ਉਤਪਾਦਨ ਦਾ ਸਿਧਾਂਤ। ਵਿਅਸ਼ਟੀ ਅਰਥਸ਼ਾਸਤਰ ਤੇ ਅਧਿਐਨ ਕੀਤਾ ਜਾਂਦਾ ਕਿਸੇ ਵਸਤੂ ਦੀ ਮੰਗ ਕਿਵੇਂ ਨਿਰਧਾਰਿਤ ਹੁੰਦੀ ਹੈ। ਉਤਪਾਦਨ ਕਿਸ ਸਿਧਾਂਤ ਅਧਿਐਨ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਉਤਪਾਦਨ ਦੇ ਸਾਧਨਾਂ ਨੂੰ ਇਕੱਠਾ ਕਰਕੇ ਇੱਕ ਉਦਯੋਗ ਜਿਹੜਾ ਹੈ ਉਤਪਾਦਨ ਕਰਦਾ ਹੈ। 4 ਫੈਕਟਰ ਆਫ ਪ੍ਰੋਡਕਸ਼ਨ ਅਸੀਂ ਪੜ੍ਹੇ ਹਨ, ਲੈਂਡ, ਲੇਬਰ, ਕੈਪੀਟਲ ਤੇ ਐਂਟਰਪ੍ਰੈਨਿਓਰ। ਅੱਗੇ ਗੱਲ ਕਰਦੇ ਹਾਂ ਕੀਮਤ ਨਿਰਧਾਰਨ ਦਾ। ਕਿਸ ਤਰੀਕੇ ਕਿਸੇ ਚੀਜ਼ ਦੀ ਵੀ ਕੀਮਤ ਨਿਰਧਾਰਨ ਹੁੰਦੀ ਹੈ, ਉਸ ਚੀਜ਼ ਨੂੰ ਕਿੰਨੀ ਮਾਤਰਾ ਦੇ ਵਿੱਚ ਕਿਸ ਹਾਲਾਤਾਂ ਦੇ ਵਿੱਚ ਖਰੀਦਿਆ ਜਾਂ ਵੇਚਿਆ ਜਾਂਦਾ, ਇਸ ਦਾ ਅਧਿਐਨ ਅਸੀਂ ਮਾਈਕਰੋ ਇਕਨੋਮਿਕਸ 'ਚ ਕਰਦੇ ਹਾਂ। ਸਾਧਨ ਕੀਮਤ ਨਿਰਧਾਰਨ ਦਾ ਸਿਧਾਂਤ ਵੀ ਜਿਹੜਾ ਹੈ ਵਸਤੂਆਂ ਦੇ ਵੇਚਣ ਜੋ ਆਮਦਨ ਪ੍ਰਾਪਤ ਹੁੰਦੀ ਹੈ ਉਸਦਾ ਕਿਸ ਤਰੀਕੇ ਸਾਧਨਾਂ 'ਚ ਵੰਡ ਹੁੰਦੀ ਹੈ, ਮਜ਼ਦੂਰੀ, ਵਿਆਜ, ਲਗਾਨ ਆਦਿ, ਇਸ ਦਾ ਅਧਿਐਨ ਅਸੀਂ ਮਾਈਕਰੋ ਇਕਨੋਮਿਕਸ ਦੇ ਵਿੱਚ ਕਰਦੇ ਹਾਂ। ਇੰਪੋਰਟੈਂਸ ਕੀ ਹੈ ਮਾਈਕਰੋ ਇਕਨੋਮਿਕਸ ਦੀ? ਅਰਥ ਵਿਵਸਥਾ ਦੀ ਕਾਰਜ ਪ੍ਰਣਾਲੀ ਲਈ ਬਹੁਤ ਜ਼ਰੂਰੀ ਹੈ। ਮਾਈਕਰੋ ਇਕਨੋਮਿਕਸ ਇਸ ਦੇ ਦੁਆਰਾ ਗਿਆਤ ਹੁੰਦਾ ਹੈ ਕਿ ਅਰਥ ਵਿਵਸਥਾ ਦੇ ਵਿਭਿੰਨ ਅੰਗ ਜਿਵੇਂ ਉਪਭੋਗੀ, ਫਰਮ ਸੁਤੰਤਰ ਸਹਿਯੋਗਤਾਪੂਰਵਕ ਕੰਮ ਕਰ ਰਹੇ ਹਨ ਜਾਂ ਨਹੀਂ। ਭਵਿੱਖਬਾਣੀ ਕਰਨ ਲਈ ਵਿਅਸ਼ਟੀ
ਅਰਥਸ਼ਾਸਤਰ ਦੇ ਸਿਧਾਂਤ ਭਵਿੱਖਬਾਣੀ ਦੇ ਆਧਾਰ ਤੇ ਬਣਾਏ ਜਾ ਸਕਦੇ ਹਨ, ਪਰੰਤੂ ਇਹ ਭਵਿੱਖਬਾਣੀਆਂ ਕੁਝ ਸ਼ਰਤਾਂ ਤੇ ਆਧਾਰਿਤ ਹੁੰਦੀਆਂ। ਆਰਥਿਕ ਨੀਤੀਆਂ ਬਣਾਉਣ ਦੇ ਲਈ ਵੀ ਵਿਅਸ਼ਟੀ ਅਰਥਸ਼ਾਸਤਰ ਦਾ ਬਹੁਤ ਮਹੱਤਵ ਹੈ। ਕਿਸੇ ਦੇਸ਼ ਦੀ ਕੀ ਆਰਥਿਕ ਨੀਤੀਆਂ ਬਣਾਉਣੀਆਂ ਹਨ, ਉਸਦਾ ਅਸਰ ਜਿਹੜਾ ਹੈ ਉਹ ਵਿਅਸ਼ਟੀ ਅਰਥਸ਼ਾਸਤਰ ਤੇ ਹੀ ਸਮਝ ਆ ਸਕਦਾ ਹੈ। ਇਸੇ ਤਰੀਕੇ ਨਾਲ ਆਰਥਿਕ ਕਲਿਆਣ ਦੇ ਲਈ ਲੋਕਾਂ ਦੇ ਕਲਿਆਣ ਦੀ ਕਿਹੜੀ ਨੀਤੀਆਂ ਬਣਾਉਣੀਆਂ, ਇਸ ਦਾ ਅਧਿਐਨ ਵੀ ਸਾਡਾ ਵਿਅਸ਼ਟੀ ਅਰਥਸ਼ਾਸਤਰ ਦੇ ਵਿੱਚ ਕੀਤਾ ਜਾਂਦਾ ਹੈ। ਪ੍ਰਬੰਧ ਸੰਬੰਧੀ ਫੈਸਲੇ ਵੀ ਜਿਹੜੇ ਹਨ, ਇਸ ਦਾ ਅਧਿਐਨ ਜਿਹੜਾ ਫਰਮਾ ਹੈ ਉਸਦਾ ਅਧਿਐਨ ਵੀ ਮਾਈਕਰੋ ਇਕਨੋਮਿਕਸ ਦੇ ਅੰਡਰ ਹੀ ਕੀਤਾ ਜਾਂਦਾ ਹੈ। ਅੰਤਰਰਾਸ਼ਟਰੀ ਵਪਾਰ ਵਿੱਚ ਸਹਿਯੋਗ ਵਿਅਸ਼ਟੀ ਅਰਥਸ਼ਾਸਤਰ ਦੁਆਰਾ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਸਮੱਸਿਆਵਾਂ ਜਿਵੇਂ ਬਾਕੀ ਸੰਤੁਲਨ, ਵਿਦੇਸ਼ੀ ਵਟਾਂਦਰਾ ਦਰ ਨੂੰ ਸਮਝਿਆ ਜਾ ਸਕਦਾ ਹੈ। ਵਿਅਸ਼ਟੀ ਅਰਥਸ਼ਾਸਤਰ ਦੀ ਸੀਮਾਵਾਂ ਹਨ ਅਗਿਆਤਮਕ ਸਟੈਟਿਕ। ਅਸੀਂ ਕਹਿ ਸਕਦੇ ਹਾਂ ਕਿ ਵਿਅਸ਼ਟੀ ਅਰਥਸ਼ਾਸਤਰ ਦੇ ਅਧਿਐਨ ਵਿੱਚ ਅਧਿਕਤਰ ਅਗਿਆਤਮਕ ਵਿਸ਼ਲੇਸ਼ਣ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੇ ਅੰਦਰ ਬਹੁਤ ਸਾਰੇ ਆਰਥਿਕ ਤੱਤ ਸਥਿਰ ਮੰਨੇ ਜਾਂਦੇ ਹਨ। ਗਲਤ ਸਿੱਟੇ ਵਿਅਸ਼ਟੀ ਅਰਥਸ਼ਾਸਤਰ ਦੇ ਅਧਿਐਨ ਨਾਲ ਇਹ ਸਿੱਟੇ ਕੱਢੇ ਜਾਂਦੇ ਹਨ, ਕਈ ਦਿਸ਼ਾਵਾਂ ਵਿੱਚ ਸੰਪੂਰਨ ਅਰਥ ਵਿਵਸਥਾ ਦੀ ਦ੍ਰਿਸ਼ਟੀ ਤੋਂ ਸਹੀ ਨਹੀਂ ਹੋ ਸਕਦੀ। ਜੋ ਚੀਜ਼ ਕਿਸੇ ਇੱਕ ਵਸਤ ਸਹੀ ਹੈ ਉਹ ਜ਼ਰੂਰੀ ਨਹੀਂ ਹੈ ਕਿ ਸਾਰੀ ਅਰਥ ਵਿਵਸਥਾ ਬਾਤੇ ਜਾਂ ਸਾਰੇ ਉਦਯੋਗਾਂ ਤੇ ਸਹੀ ਹੋਵੇ। ਇਸ ਕਰਕੇ ਇਸ ਦੇ ਸਿੱਟੇ ਕਈ ਵਾਰੀ ਗਲਤ ਵੀ ਨਿਕਲ ਜਾਂਦੇ ਹਨ। ਅਵਾਸਤਵਿਕ ਮਾਨਤਾਵਾਂ ਮਾਈਕਰੋ ਇਕਨੋਮਿਕਸ ਜਿਹੜੀ ਹੈ ਕਈ ਅਨਰੀਅਲਿਸਟਿਕ ਅਜ਼ੰਪਸ਼ਨ ਤੇ ਆਧਾਰਿਤ ਹਨ, ਜਿਵੇਂ ਪੂਰਨ ਰੁਜ਼ਗਾਰ, ਨਿੱਜੀ ਹਿੱਤ, ਜੋ ਅਸਲੀ ਜ਼ਿੰਦਗੀ ਵਿੱਚ ਲਾਗੂ ਨਹੀਂ ਹੁੰਦੀਆਂ, ਔਰ ਸੀਮਤ ਖੇਤਰ, ਔਰ ਇਸ ਦਾ ਖੇਤਰ ਵੀ ਬਹੁਤ ਜ਼ਿਆਦਾ ਸੀਮਤ ਹੈ। ਕਈ ਮਹੱਤਵਪੂਰਨ ਆਰਥਿਕ ਨੀਤੀਆਂ, ਸਮੱਸਿਆ, ਰਾਜਸਵ ਨੀਤੀ, ਮੌਦਰਿਕ ਨੀਤੀ, ਮੁਦਰਾ ਨੀਤੀ ਇਸ ਦੇ ਅੰਤਰਗਤ ਅਧਿਐਨ ਨਹੀਂ ਕੀਤਾ ਜਾ ਸਕਦਾ। ਸੋ ਬੇਟਾ ਮੈਂ ਆਸ ਕਰਦਾ ਕਿ ਤੁਹਾਨੂੰ ਮਾਈਕਰੋ ਇਕਨੋਮਿਕਸ ਦੇ ਕੁਝ ਬੇਸਿਕ ਤੱਤ ਔਰ ਮਾਈਕਰੋ ਔਰ ਮੈਕਰੋ ਦਾ ਅੰਤਰ ਕੀ ਹੈ, ਉਹਦੀ ਸੀਮਾਵਾਂ ਕੀ ਹਨ, ਸਮਝ ਆ ਗਈਆਂ ਹੋਣਗੀਆਂ। ਸੋ ਤੁਸੀਂ ਇਹਨੂੰ ਦੁਬਾਰਾ ਦੇਖੋ, ਤੁਸੀਂ ਕਲੀਅਰਲੀ ਇਸ ਚੀਜ਼ ਨੂੰ, ਟੌਪਿਕ ਨੂੰ ਸਮਝ ਜਾਓਗੇ। ਥੈਂਕ ਯੂ ਬੇਟਾ, ਥੈਂਕ